ਉਹਨਾਂ ਦਾ ਕਹਿਣਾ ਕਿ ਪੰਜਾਬ ਦੀ ਧੀਆਂ ਦਾ ਬੀਜ ਚੇਂਜ ਹੋ ਰਿਹਾ ਹੈ। ਅਕਾਲ ਤਖਤ ਦਾ ਜਥੇਦਾਰ ਜਿਹਾ ਬਿਆਨ ਦਿੰਦਾ ਚੰਗਾ ਲੱਗਦਾ। ਇਹ ਅਸਲ 'ਚ ਨਾ ਜਥੇਦਾਰ ਨਹੀਂ ਹੈਗਾ, ਇਹ ਬਾਦਲ ਦਾ ਕਰਮਚਾਰੀ ਆ। ਸਾਹਮਣੇ ਰੱਖਿਆ ਇਹਨੇ ਪ੍ਰਾਚੀਨ ਪੰਥ ਪ੍ਰਕਾਸ਼, ਉਹਦੇ ਤੋਂ ਪੜ੍ਹ ਕੇ ਸੁਣਾਉਣ ਡਿਆ ਤੁਕ। ਕਹਿੰਦਾ ਦੇਖੋ ਗੁਰੂ ਸਾਹਿਬ ਕਹਿ ਗਏ ਝਟਕਾ ਕਰਕੇ ਛੱਡ। ਉੱਥੋਂ ਕੁੜੀਆਂ ਬਰਾਮਦ ਹੋਈਆਂ, ਕੁੜੀ ਨੇ FIR ਲਿਖਾਈ, ਉਹ 'ਚ ਹੁਣ ਛੁੱਟ ਕੇ ਆਇਆ ਰਵਿੰਦਰਾ ਜਿਹੜਾ ਉਹਨਾਂ ਦਾ ਡਾਇਰੈਕਟਰ ਹੈ। ਹਾਂ, ਜ਼ਮਾਨਤ ਹੋਈ ਆ। ਇੱਕ ਅਜੇ ਵੀ ਭੱਜੀ ਫਿਰਦੀ ਉਹਨਾਂ ਦੀ ਡਾਇਰੈਕਟਰ। ਉੱਥੇ ਤੇਰੀ ਜ਼ਬਾਨ ਨਹੀਂ ਖੁੱਲਦੀ। PTC ਬੰਦ ਕਰ ਦਿਆਂਗੇ, ਆਪਣਾ ਚੈਨਲ ਚਲਾਓ। ਚੱਲ ਗਿਆ ਚੈਨਲ ਤੇਰਾ, ਤੂੰ ਨਾ PTC ਬੰਦ ਹੋਣੀ, ਨਾ ਇਹ ਕਰਵਾ ਸਕਦਾ, ਨਾ ਇਹਦੇ ਕੋਲ ਕੋਈ ਔਕਾਤ ਹੈ ਇਹਦੀ। ਇਹ ਕਰਮਚਾਰੀ ਹੈ। ਇੱਕ ਨੰਨੀ ਸ਼ਾਹ ਗੁਰੂ ਘਰ ਦੀਆਂ ਜ਼ਮੀਨਾਂ ਲੈ ਲਈਆਂ, ਸੁਸਾਇਟੀ ਚਲਾ ਲਈ। ਅੱਜ ਕਿੱਥੇ ਹੈ ਨੰਨੀ ਸ਼ਾਹ ਨੂੰ ਬਚਾਉਣ ਦੀ ਬਜਾਏ ਨੰਨੀ ਸ਼ਾਹਾਂ ਨੂੰ ਡਬਈ ਲਿਜਾ ਕੇ ਉਹਨਾਂ ਦਾ ਸ਼ੋਸ਼ਣ ਹੋ ਰਿਹਾ। ਇਹਨੇ ਸ਼ਸਤਰ ਵਿਦਿਆ ਨਹੀਂ ਸਿੱਖੀ, ਆਪਣੇ ਤੋਂ ਲੰਬੀ ਕਿਰਪਾਨ ਚੁੱਕ ਲੈਂਦਾ, ਚੁੱਕਣੀ ਆਉਂਦੀ ਨਹੀਂ। ਸਾਡੇ ਨੌਜਵਾਨਾਂ ਕੋਲ ਲੁਕਣ ਲਈ ਕੋਈ ਥਾਂ ਨਹੀਂ। ਤੋਂ ਅਸੀਂ ਕਿਹੜੀ ਵਜ੍ਹਾ ਨਾਲ ਨੌਜਵਾਨਾਂ ਨੂੰ ਸ਼ਿਸ਼ਕਾਰ ਕੇ ਤੇ ਗਰਮ ਕਰਦੇ ਪਏ ਆ? ਕੋਈ ਵਜ੍ਹਾ ਤੇ ਹੋਣੀ ਚਾਹੀਦੀ, ਉਹ ਵਜ੍ਹਾ ਦੱਸ। ਸਤਿ ਸ਼੍ਰੀ ਅਕਾਲ। ਸਕਰੋਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਹੈ। ਸਿੱਖ ਪੰਥ ਦੀ, ਸਿੱਖਾਂ ਦੀ ਪਾਰਲੀਮੈਂਟ ਕਹੀਏ ਸ਼੍ਰੀ ਅਕਾਲ ਤਖਤ ਸਾਹਿਬ, ਉਹਨਾਂ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਕੱਲ੍ਹ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਦੇ ਵਿੱਚ ਹਨ। 20 ਦਿਨ ਪਹਿਲਾਂ ਉਹਨਾਂ ਦਾ ਇੱਕ ਬਿਆਨ ਆਇਆ ਸੀ। ਬਿਆਨ ਇਹ ਸੀ ਕਿ ਪੰਜਾਬ ਦੀਆਂ ਕੁੜੀਆਂ ਜਿਹੜੇ ਬੱਚੇ ਜੰਮ ਰਹੀਆਂ ਨੇ, ਪੰਜਾਬ ਦੀਆਂ ਧੀਆਂ, ਉਹਨਾਂ ਦਾ ਸੀਮਨ ਬਾਹਰ ਤੋਂ ਆ ਰਿਹਾ, ਹੋਰ ਸੂਬਿਆਂ ਤੋਂ ਆ ਰਿਹਾ। ਅਤੇ ਹਾਲ ਹੀ 'ਚ ਉਹਨਾਂ ਨੇ ਇੱਕ ਹੋਰ ਬਿਆਨ ਦੇ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਹਰ ਸਿੱਖ ਨੂੰ ਲਾਇਸੈਂਸ ਸ਼ੁਦਾ ਮਾਡਰਨ ਹਥਿਆਰ ਆਪਣੇ ਕੋਲ ਰੱਖਣ ਦੀ ਲੋੜ ਹੈ। ਸੋ ਨਿਰੋਲ ਧਾਰਮਿਕ ਜਿਹੜਾ ਹੈਗਾ ਅਕਾਲ ਤਖਤ ਸਾਹਿਬ, ਉਹਦਾ ਜਥੇਦਾਰ ਅਜਿਹੀ ਬਿਆਨਬਾਜ਼ੀਆਂ ਕਰ ਰਿਹਾ ਹੈ ਪੰਜਾਬ ਦੀਆਂ ਧੀਆਂ ਦੇ ਜਿਹੜੇ ਹੈ ਔਲਾਦਾਂ ਜੰਮਣ ਦੇ ਸੀਮਨ ਬਦਲਣ ਦੀਆਂ, ਹਥਿਆਰ ਰੱਖਣ ਦੀਆਂ। ਇਹ ਕਿੰਨੀਆਂ ਕੁ ਜਾਇਜ਼ ਗੱਲਾਂ ਨੇ, ਕਿੰਨੀ ਕਿ ਇਹਨਾਂ 'ਚ ਸ਼ਰਾਰਤ ਹੈ, ਅਤੇ ਪੰਜਾਬ ਦਾ ਮਾਹੌਲ ਕੀ ਅਕਾਲ ਤਖਤ ਦੇ ਜਥੇਦਾਰ ਪ੍ਰਭਾਵਿਤ ਕਰਨਾ ਚਾਹੁੰਦੇ ਨੇ? ਕੁਛ ਅਜਿਹੇ ਸਵਾਲ ਜਵਾਬ ਅਸੀਂ ਕਰਨ ਜਾ ਰਹੇ ਹਾਂ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਅਤੇ ਪੰਥਕ ਅਕਾਲੀ ਲਹਿਰ ਦੇ ਮੋਢੀ ਗਿਆਨੀ ਰਣਜੀਤ ਸਿੰਘ ਜੀ ਨਾਲ। ਸੋ ਗਿਆਨੀ ਜੀ, ਮੈਂ ਪਹਿਲਾਂ ਉਹ 20 ਦਿਨ ਵਾਲਾ ਬਿਆਨ ਜਿਹੜਾ ਹੈਗਾ ਉਹਨੂੰ ਲੈਣਾ ਚਾਹਾਂਗਾ। ਉਹਨਾਂ ਦਾ ਕਹਿਣਾ ਕਿ ਪੰਜਾਬ ਦੀ ਧੀਆਂ ਦਾ ਬੀਜ ਚੇਂਜ ਹੋ ਰਿਹਾ ਹੈ। ਅਕਾਲ ਤਖਤ ਦਾ ਜਥੇਦਾਰ ਜਿਹਾ ਬਿਆਨ ਦਿੰਦਾ ਚੰਗਾ ਲੱਗਦਾ? ਇਹ ਅਸਲ 'ਚ ਨਾ ਜਥੇਦਾਰ ਨਹੀਂ ਹੈਗਾ, ਇਹ ਬਾਦਲ ਦਾ ਕਰਮਚਾਰੀ ਆ। ਇਹ ਮਜ਼ਾਕ ਦਾ ਵਿਸ਼ਾ ਬਣਿਆ ਹੋਇਆ ਅਕਾਲ ਤਖਤ ਦੇ ਉੱਤੇ, ਜਿਵੇਂ ਕਲੰਕ ਲੱਗ ਜਾਂਦਾ ਇਸ ਤਰ੍ਹਾਂ ਲੱਗਾ ਹੋਇਆ। ਇਹਨੂੰ ਕਦੀ ਵੀ ਕੋਈ ਇਹਦਾ ਜਿਹੜਾ ਬਿਆਨ ਹੈ ਉਹ ਕਦੀ ਸਿੱਖਿਆਦਾਇਕ, ਉਪਦੇਸ਼ਦਾਇਕ ਨਹੀਂ ਹੁੰਦਾ। ਕਦੀ ਕਹਿੰਦਾ ਵੀ ਉਹ ਜਦੋਂ ਟੁੱਚੇ ਲੋਕ, ਦੁੱਕੀ ਤਿੱਕੀ ਲੋਕ ਕਮੇਟੀ ਵੱਲ ਨੂੰ ਮੂੰਹ ਕਰਕੇ ਆ ਜਾਂ ਡਾਂਗਾਂ ਲੈ ਕੇ ਆ ਜਾਓ ਜੇ, ਉਹ ਕਦੀ ਮੈਂ ਹੈਰਾਨ ਆ ਕਿ ਤੂੰ ਜਥੇਦਾਰ ਅਖਬਾਰ ਹੋਣਾ ਆਪਣੇ ਆਪ ਨੂੰ। ਸਾਹਮਣੇ ਰੱਖਿਆ ਇਹਨੇ ਪ੍ਰਾਚੀਨ ਪੰਥ ਪ੍ਰਕਾਸ਼ ਜੀ, ਉਹਦੇ ਤੋਂ ਪੜ੍ਹ ਕੇ ਸੁਣਾਉਣ ਡਿਆ ਤੁਕ। ਤਾਂ ਕਹਿੰਦਾ ਦੇਖੋ ਗੁਰੂ ਸਾਹਿਬ ਕਹਿ ਗਏ ਝਟਕਾ ਕਰਕੇ ਛਕੋ। ਵੀ ਜੇ ਗੁਰੂ ਸਾਹਿਬ ਕਹਿ ਗਿਆ ਤੇ ਗੁਰੂ ਗ੍ਰੰਥ ਸਾਹਿਬ ਦਾ ਹਵਾਲਾ ਦੇ। ਪ੍ਰਾਚੀਨ ਪੰਥ ਪ੍ਰਕਾਸ਼ 'ਤੇ ਰਤਨ ਸਿੰਘ ਭੰਗੂ ਨੇ ਲਿਖਿਆ, ਉਹ ਸਾਡੀ ਹਿਸਟਰੀ ਹੈ। ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਗੁਰੂ ਸਾਹਿਬ ਦੀ ਗੱਲ ਕਰਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਦੇ ਉਹ ਗੁਰੂ ਬਾਣੀ ਦੀ ਤੁਕ ਦਾ ਹਵਾਲਾ ਦੇ ਵੀ ਆਹ ਦੇਖੋ ਲਿਖਿਆ ਕਿ ਝਟਕਾ ਕਰਕੇ ਖਾ ਲਓ। ਇਹ ਗੈਰ ਜ਼ਿੰਮੇਵਾਰੀ ਵਾਲੇ ਬਿਆਨ ਜਿਹੜੇ ਦੇ ਆ ਰਹੇ ਨੇ ਲਗਾਤਾਰ। ਜਿਹੜਾ ਹੁਣ ਇਹ ਜਿਹੜਾ ਤੁਸੀਂ ਦੱਸਿਆ ਕਿੱਡਾ ਬੇਹਿਆਈ ਵਾਲਾ ਬਿਆਨ ਹੈ ਵੀ ਅਸੀਂ ਤੇ ਜਿਹੜਾ ਵਿਭਚਾਰ PTC ਕਰ ਰਹੀ ਆ, ਜਿਹੜਾ ਵਿਭਚਾਰ ਬਾਦਲ ਦੀ ਫਰਮ ਕਰ ਰਹੀ ਆ, ਉਧਰ ਤੇ ਇਹਦੀ ਜ਼ਬਾਨ ਨਹੀਂ ਖੁੱਲ੍ਹਦੀ। ਜਿੱਥੇ ਹਾਈ ਕੋਰਟ ਨੇ ਰੇਡ ਕੀਤਾ, ਉੱਥੋਂ ਕੁੜੀਆਂ ਬਰਾਮਦ ਹੋਈਆਂ, ਕੁੜੀ ਨੇ FIR ਲਿਖਾਈ, ਉਹ 'ਚ ਹੁਣ ਛੁੱਟ ਕੇ ਆਇਆ ਰਵਿੰਦਰਾ ਜਿਹੜਾ ਉਹਨਾਂ ਦਾ ਡਾਇਰੈਕਟਰ ਹੈ। ਹਾਂ, ਜ਼ਮਾਨਤ ਹੋਈ ਆ। ਇੱਕ ਅਜੇ ਵੀ ਭੱਜੀ ਫਿਰਦੀ ਉਹਨਾਂ ਦੀ ਡਾਇਰੈਕਟਰ। ਉੱਥੇ ਤੇਰੀ ਜ਼ਬਾਨ ਨਹੀਂ ਖੁੱਲ੍ਹਦੀ। PTC ਬੰਦ ਕਰ ਦਿਆਂਗੇ, ਆਪਣਾ ਚੈਨਲ ਚਲਾਓ। ਚੱਲ ਗਿਆ ਚੈਨਲ ਤੇਰਾ, ਤੂੰ ਨਾ PTC ਬੰਦ ਹੋਣੀ, ਨਾ ਇਹ ਕਰਵਾ ਸਕਦਾ, ਨਾ ਇਹਦੇ ਕੋਲ ਕੋਈ ਔਕਾਤ ਹੈ ਇਹਦੀ। ਇਹ ਕਰਮਚਾਰੀ ਹੈ। ਉਹ ਉਸੇ ਤਰ੍ਹਾਂ ਹੀ ਪਹਿਲੀ ਤਨਖਾਹ 'ਤੇ ਕੰਮ ਕਰ ਰਹੀ ਹੈ PTC। ਜੇ ਉਹਨੂੰ ਬਦਲਣਗੇ ਤੇ ਨਾ ਬਦਲਣਗੇ, ਮਾਲਕ ਬਾਦਲ ਹੀ ਹੋਊਗਾ। ਤੇ ਇੱਕ ਵਿਭਚਾਰ ਦਾ ਧੰਦਾ PTC ਕਰ ਰਹੀ ਹੈ। ਇੱਕ ਨੰਨੀ ਸ਼ਾਹ ਗੁਰੂ ਘਰ ਦੀਆਂ ਜ਼ਮੀਨਾਂ ਲੈ ਲਈਆਂ, ਸੁਸਾਇਟੀ ਚਲਾ ਲਈ। ਅੱਜ ਕਿੱਥੇ ਹੈ ਨੰਨੀ ਸ਼ਾਹ ਨੂੰ ਬਚਾਉਣ ਦੀ ਬਜਾਏ ਨੰਨੀ ਸ਼ਾਹਾਂ ਨੂੰ ਡਬਈ ਲਿਜਾ ਕੇ ਉਹਨਾਂ ਦਾ ਸ਼ੋਸ਼ਣ ਹੋ ਰਿਹਾ।
ਪੰਜਾਬ ਦੀਆਂ ਬੱਚੀਆਂ ਦਾ ਸ਼ੋਸ਼ਣ ਪੀਟੀਸੀ ਕਰੇ ਮਿਸ ਪੰਜਾਬਣ ਦੇ ਨਾਲ ਤੇ ਇਹਦਾ ਮੂੰਹ ਨਹੀਂ ਖੁੱਲਦਾ। ਤੇ ਸਿਮਨ ਇਹਨੇ ਕਿਹੜੀ ਇਹਦੇ ਕੋਲ ਰਿਪੋਰਟ ਆਉਂਦੀ ਆ ਜਾਂ ਇਹਦੇ ਕੋਲ ਐਂਟਰੀ ਹੁੰਦੀ ਆ ਵੀ ਇੰਨੀਆਂ ਕੁੜੀਆਂ ਨੇ ਲਿਆ ਤੇ ਇੰਨੇ ਬੰਦਿਆਂ ਨੇ ਬਾਹਰੋਂ ਲਿਆਂਦਾ ਜੀ। ਤੋ ਇਹ ਬੇਹੂਦਾ ਕਿਸਮ ਦੇ ਇਹਦੇ ਬਿਆਨ ਨੇ, ਇਹ ਗੈਰ ਜ਼ਿੰਮੇਵਾਰ ਵਾਲਾ ਬਿਆਨ ਹੈ ਤੇ ਮੈਨੂੰ ਲੱਗਦਾ ਚਰਚਾ ਕਰਨੀ ਤੇ ਮੈਨੂੰ ਤਾਂ ਨਹੀਂ ਲੱਗਦਾ ਸ਼ੋਭਦੀ ਆ। ਤੁਸੀਂ ਕਹਿ ਰਹੇ ਹੋ ਚਰਚਾ ਕਰਨੀ ਚਾਹੀਦੀ, ਕੀ ਲੱਗਦਾ ਇਹ ਇਹਨਾਂ ਦੇ ਆਪਣੇ ਬੋਲ ਹੁੰਦੇ ਨੇ, ਕੋਈ ਕਹਿੰਦਾ ਹੈ ਜੀਆਂ ਗੱਲਾਂ ਕਰ? ਦੇਖੋ ਜੇ ਨਾ ਇਹਦੇ ਆਪਣੇ ਨਾ ਇਹਦੇ ਪਰਾਏ ਨੇ, ਜੇ ਕਿਤੇ ਬੋਲਦਾ ਹੈ ਹੁਣ ਜਿਹੜਾ ਇਹਨਾਂ ਨੇ ਕਿਹਾ ਕਿ ਹਥਿਆਰ ਰੱਖੋ ਜੀ, ਇੰਨਾ ਕੁ ਬਿਆਨ ਇਹਦਾ ਪੋਲੀਟੀਕਲ ਸੀਗਾ ਜਿਹੜਾ ਇਹ ਤੋਂ ਖਵਾਇਆ ਗਿਆ। ਪਰ ਜਿਹੜਾ ਇਹਦੇ ਨਾਲ ਕਹਿਤਾ ਲਾਇਸੈਂਸ ਲਓ, ਉਹ ਡਰ ਦੇ ਵਿੱਚੋਂ ਨਿਕਲਿਆ ਵੀ ਮੇਰੇ ਤੇ ਕੋਈ ਗੱਲ ਨਾ ਆਵੇ, ਮੈਂ ਕਹਿ ਦੂੰਗਾ ਵੀ ਲਾਇਸੈਂਸ ਮੈਂ ਕਿਹਾ ਸੀ। ਹੁਣ ਜੇ ਤੂੰ ਜਥੇਦਾਰ ਆ, ਤੂੰ ਕੋਈ ਕੌਮ ਨੂੰ ਪ੍ਰੋਗਰਾਮ ਦੇਣਾ ਹੈ, ਤੇਰੀ ਨਿਗਾਹ 'ਚ ਕੋਈ ਹੈਗਾ ਕਿ ਮੈਂ ਕੌਮ ਨੂੰ ਚੜ੍ਹਦੀ ਕਲਾ 'ਚ ਲਿਜਾ ਸਕਦਾ ਹੈ, ਤੇ ਪਹਿਲਾਂ ਪ੍ਰੋਗਰਾਮ ਦੇ, ਪਹਿਲਾਂ ਆਪ ਸ਼ਸਤਰਧਾਰੀ ਹੋ, ਆਪ ਲਾਇਸੈਂਸ ਲੈ, ਆਪ ਸਾਰਾ ਹਥਿਆਰ ਰੱਖ, ਤੇ ਉਹਦੇ ਬਾਅਦ ਤੁਰ ਕੀ ਕਰਨਾ ਚਾਹੁੰਦਾ ਤੂੰ। ਮੁੱਦਾ ਦੱਸੋ, ਮੁੱਦਾ ਕੀ ਹੈ, ਕਿਉਂ ਰੱਖੀਏ? ਕਿਉਂ ਨਹੀਂ ਤੇ ਸਾਡੇ ਰਵਾਇਤੀ ਸ਼ਾਸਤਰ ਨੇ ਸਾਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਇਹੀ ਹੁਕਮ ਆ ਵੀ ਸ਼ਸਤਰ ਤੋਂ ਵਿਹੋਣਾ ਸਿੱਖ ਜਿਹੜਾ ਸੋਹਣਾ ਨਹੀਂ ਲੱਗਦਾ। ਅਸੀਂ ਸ਼ਸਤਰ ਪਾਇਆ ਹੀ ਨਹੀਂ ਕਦੀ, ਸ਼ਾਸਤਰ ਜਿਹੜਾ ਉਹ ਕਮਾਇਆ ਨਹੀਂ ਅਸੀਂ। ਅਸਲ 'ਚ ਸਾਡੀ ਜਿਹੜੀ ਸ਼ਸਤਰ ਆ ਇਹਦਾ ਲਾਇਸੈਂਸ ਸ਼ਾਸਤਰ ਆ। ਜੇ ਸ਼ਾਸਤਰ ਤੁਹਾਡੇ ਹਿਰਦੇ 'ਚ ਆ, ਗੁਰਬਾਣੀ ਤੁਸੀਂ ਦ੍ਰਿੜ ਕੀਤੀ ਆ, ਪਰਮਾਤਮਾ ਦੀ ਬੰਦਗੀ ਕੀਤੀ ਆ, ਤੇ ਇਹ ਤੁਹਾਡੇ ਕੰਟਰੋਲ 'ਚ ਹੈ। ਲਾਇਸੈਂਸ ਦਾ ਮਤਲਬ ਕੰਟਰੋਲ ਹੁੰਦਾ ਵੀ ਜ਼ਾਬਤੇ 'ਚ ਰਹਿਣਾ। ਤੇ ਤੁਸੀਂ ਹੋਸ਼ ਦੇ ਵਿੱਚ ਹੋ, ਜੋਸ਼ ਨਾਲੋਂ ਜ਼ਿਆਦਾ ਹੋਸ਼ ਹੋ। ਤੁਸੀਂ ਕਿਸੇ ਤੇ ਨਿਰਦਇਆ ਨਹੀਂ ਕਰੋਗੇ, ਤੁਸੀਂ ਕਿਸੇ ਦਾ ਨਿਰਦਇਤਾ ਨਾਲ ਵੱਧ ਨਹੀਂ ਕਰੋਗੇ, ਬਲਕਿ ਬਚਾਓਗੇ। ਤੋ ਸਾਨੂੰ ਗੁਰੂ ਸਾਹਿਬ ਨੇ ਸ਼ਸਤਰ ਤੇ ਸ਼ਾਸਤਰ ਦੇ ਅਭਿਆਸੀ ਬਣਾਇਆ। ਸਾਡੇ ਪ੍ਰਾਤਨ ਸਿੱਖਾਂ ਨੇ ਜਿਨ੍ਹਾਂ ਨੇ ਕਮਾਈ ਕੀਤੀ ਹੈ, ਉਹਨਾਂ ਨੇ ਕਿਹਾ ਹੈ, ਬੜੀ ਵਾਰੀ ਲਿਖਤ 'ਚ ਆਉਂਦਾ ਹੈ ਕਿ ਸਿੱਖ ਦੀ ਚਿੱਤ ਬਿਰਤੀ ਸ਼ਸਤਰ ਤੇ ਸ਼ਾਸਤਰ ਦੇ ਅਭਿਆਸ ਨਾਲ ਠਹਿਰਦੀ ਹੈ, ਸਹਿਜ ਵਿੱਚ ਆਉਂਦੀ ਹੈ। ਹੁਣ ਸ਼ਸਤਰ ਤੇ ਸ਼ਾਸਤਰ ਦਾ ਅਭਿਆਸੀ ਤੇ ਆਪ ਨਹੀਂਗਾ, ਇਹਨੂੰ ਬਾਣੀ ਦਾ ਗਿਆਨ ਨਹੀਂ, ਇਹਨੂੰ ਹਿਸਟਰੀ ਨਹੀਂ ਆਉਂਦੀ, ਇਹਨੇ ਸ਼ਸਤਰ ਵਿਦਿਆ ਨਹੀਂ ਸਿੱਖੀ, ਆਪਣੇ ਤੋਂ ਲੰਬੀ ਕਿਰਪਾਨ ਚੁੱਕ ਲੈਂਦਾ, ਚੁੱਕਣੀ ਆਉਂਦੀ ਨਹੀਂ। ਤੋ ਗੱਲ ਇਹ ਆ ਕਿ ਗੱਲ ਉਹ ਕਰਨੀ ਚਾਹੀਦੀ ਹੈ ਜਿਹੜੀ ਕੌਮ ਨੂੰ ਚੰਗੀ ਲੱਗੇ, ਜਿਹੜੀ ਕੌਮ ਨੂੰ ਰਾਹ ਦੇਵੇ, ਤੇ ਜਿਹਦੇ ਵਿੱਚ ਕੌਮ ਦਾ ਕੋਈ ਪਰਦਾ ਰਹਿ ਜਾਵੇ। ਸਾਡੇ ਨੌਜਵਾਨਾਂ ਕੋਲ ਲੁਕਣ ਲਈ ਕੋਈ ਥਾਂ ਨਹੀਂ। ਇੱਕ ਪਾਸੇ ਪਾਕਿਸਤਾਨ ਹੈ, ਇੱਕ ਪਾਸੇ ਸਾਰੇ ਪਾਸੇ ਜਿਹੜੇ ਜਿਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਸਾਨੂੰ ਤੇ ਤਮਾਸ਼ਾ ਦੇਖਦੇ ਨੇ ਸ਼ਿਕਾਰ ਕਰ ਕਰਕੇ, ਉਹ ਲੋਕ ਨੇ। ਤੋ ਅਸੀਂ ਕਿਹੜੀ ਵਜ੍ਹਾ ਨਾਲ ਨੌਜਵਾਨਾਂ ਨੂੰ ਸ਼ਿਕਾਰ ਕੇ ਤੇ ਗਰਮ ਕਰਦੇ ਪਏ ਆ? ਕੋਈ ਵਜ੍ਹਾ ਤੇ ਹੋਣੀ ਚਾਹੀਦੀ, ਉਹ ਵਜ੍ਹਾ ਦੱਸ, ਉਹ ਵਜ੍ਹਾ ਦੱਸ ਕੇ ਕਹਿ ਕਿ ਸ਼ਸਤਰ ਲਓ ਤੇ ਆਹ ਕੰਮ ਕਰੋ। ਖਾਸ ਕਰ ਜਿਹੜੇ ਬਿਆਨ ਦੋ ਹੈਗੇ ਨੇ, ਉਸ ਤੋਂ ਪਹਿਲਾਂ ਵੀ ਜਦੋਂ ਇਹ ਪਟਿਆਲਾ ਦੇ ਵਿੱਚ ਹੋਇਆ ਸੀਗਾ, ਜੋ ਬਲਜਿੰਦਰ ਸਿੰਘ ਪਰਵਾਨਾ ਉਹਨਾਂ ਨੇ ਕੀਤਾ ਜਾਂ ਉਹ ਮੰਦਰ ਵਾਲੇ ਨੇ ਕੀਤਾ, ਉਸ ਤੋਂ ਬਾਅਦ ਵੀ ਇਹਨਾਂ ਬਿਆਨ ਆਇਆ ਸੀ ਕਿ ਪੰਜਾਬ ਦੇ ਵਿੱਚ ਸਿੱਖ ਸੁਰੱਖਿਅਤ ਨਹੀਂ ਹੈ, ਪੰਥ ਖਤਰੇ 'ਚ। ਜਦੋਂ ਬਰਗਾੜੀ ਹੋਈ ਉਦੋਂ ਸੁਰੱਖਿਅਤ ਸੀ। ਜਦੋਂ 150 ਬੰਦੇ ਨੂੰ ਗੋਲੀਆਂ ਚਲਾ ਕੇ ਤੇ ਜ਼ਖਮੀ ਕਰਤਾ, ਉਦੋਂ ਸੁਰੱਖਿਅਤ ਸੀ ਅਸੀਂ? ਉਦੋਂ ਇਹ ਬੋਲਿਆ? ਇਹਨੇ ਉਹਨਾਂ ਦਾ ਕਿਹਾ ਬਾਦਲ ਨੂੰ ਵੀ ਇਹਦਾ ਜਸਟਿਸ ਦੇ ਸਾਨੂੰ? ਜਦੋਂ ਬਾਦਲ ਨੂੰ ਕਹਿਣਾ ਕਿ ਤਲਬ ਕਰਨਾ ਚਾਹੀਦਾ ਸੀ ਮੁੱਦੇ ਤੇ, ਇਹ ਤਲਬ ਹਿੰਮਤ ਕਿੱਥੋਂ ਲਿਆਊ ਵਿਚਾਰਾ? ਉਹ ਤਾਂ ਕਰਮਚਾਰੀ ਹੈ, ਮੈਂ ਤੁਹਾਨੂੰ ਦੱਸਿਆ ਕਰਮਚਾਰੀ ਹਿੰਮਤ ਕਰ ਸਕਦਾ? ਤੁਸੀਂ ਵੀ ਤਾਂ ਕੀਤੀ ਸੀ ਆਪਣੇ ਟਾਈਮ 'ਚ। ਦੇਖੋ ਅਸੀਂ ਭਾਵੇਂ ਸਿੱਟਾ ਜੋ ਮਰਜ਼ੀ ਨਿਕਲਿਆ ਹੋਵੇ, ਨਹੀਂ ਅਸੀਂ ਕਦੇ ਵੀ ਕਿਸੇ ਨੂੰ ਨਜਾਇਜ਼ ਕਾਲ ਤੱਕ ਤੇ ਨਹੀਂ ਸੱਦਿਆ। ਨਹੀਂ, ਮੇਰੇ ਕਹਿਣ ਦਾ ਭਾਵ ਫੈਸਲੇ ਲੈਣ ਦੀ ਹਿੰਮਤ ਤੁਸੀਂ ਆਪਣੇ ਟਾਈਮ 'ਚ ਕੀਤੀ ਸੀ, ਤੇ ਹੋਰ ਕਿਉਂ ਨਹੀਂ ਕਰ ਪਾਉਂਦੇ? ਮੈਂ ਹੀ ਸਵਾਲ ਕਰ ਰਿਹਾ। ਜਿਨ੍ਹਾਂ ਨੂੰ ਕੀਤੀ ਆ ਉਹਨਾਂ ਨੂੰ ਸੇਕ ਲੱਗਾ ਅੱਜ ਤੱਕ ਵੀ। ਤੇ ਸਾਨੂੰ ਇਹ ਪਰਵਾਹ ਨਹੀਂ ਕਿ ਅਸੀਂ ਕਿੰਨੇ ਦਿਨ ਉੱਥੇ ਦਿਨ, ਗੱਲ ਤੇ ਹੁੰਦਾ ਕੀ ਫੈਸਲਾ ਲਿਆ। ਅੱਜ ਅਕਾਲੀ ਫੂਲਾ ਸਿੰਘ ਨੂੰ ਕੋਈ ਯਾਦ ਕਰਦਾ ਤੇ ਇੱਕ ਫੈਸਲੇ ਕਰਕੇ ਕਰਦਾ। ਬਿਲਕੁਲ। ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਸੀ ਚੱਲ ਬੰਨੋ ਮਿਲੀ ਨਾ ਇਹਨੂੰ। ਤੋ ਉਹ ਫੈਸਲਾ ਜਿਹੜਾ ਉਹ ਮਹੱਤਵਪੂਰਨ ਹੁੰਦਾ, ਨਾ ਕਿ ਕਿੰਨੀ ਦੇਰ ਤੁਸੀਂ ਅਕਾਲ ਤਖਤ ਦੇ ਬੋਝ ਬਣੇ ਰਹੇ। ਮੈਂ ਤੁਹਾਨੂੰ ਜਾਣਕਾਰੀ ਦਿੰਦਾ ਕਿ 1926 ਤੋਂ ਕਮੇਟੀ ਬਣੀ ਆ, ਤੇ ਪ੍ਰਬੰਧਕ ਕਮੇਟੀ ਦੇ ਬਣਾਏ ਜਥੇਦਾਰਾਂ ਦਾ ਕੋਈ ਹਿਸਟਰੀ ਨਹੀਂ ਗੀ। ਤੁਸੀਂ ਇਹਨਾਂ ਤੋਂ ਹਿਸਟਰੀ ਲੈ ਲਓ ਕਿ ਜਥੇਦਾਰ ਨੇ ਕੌਮ ਨੂੰ ਕੋਈ ਸੇਧ ਦਿੱਤੀ ਹੋਵੇ। ਇਹ ਜਥੇਦਾਰ ਕਰਮਚਾਰੀ ਨੇ ਵਿਚਾਰੇ, ਤੇ ਰੋਟੀਆਂ ਕਾਰਨ ਤਾਲਪੁਰ ਦੇ ਪਏ ਨੇ। ਬਾਦਲ ਨੇ ਇੱਕ ਸੱਚੀ ਪਾਤਸ਼ਾਹੀ ਨੂੰ ਰੋਲ ਕੇ ਰੱਖ ਦਿੱਤਾ, ਗੁਰੂ ਨਾਨਕ ਦੀ ਸੱਚੀ ਪਾਤਸ਼ਾਹੀ, ਜਿਸ ਪਾਤਸ਼ਾਹੀ ਨੂੰ ਬਲ ਦਿੱਤਾ ਦਸਮ ਪਾਤਸ਼ਾਹ ਨੇ। ਪੰਜਾਂ ਪਿਆਰਿਆਂ ਨੂੰ ਗੁਰੂ ਖਾਲਸਾ ਕਹਿ ਕੇ ਬੁਲਾਇਆ, ਆ ਉਹਨੂੰ ਇਹ ਬਾਦਲ ਨੇ ਨੌਕਰ ਬਣਾ ਲਿਆ। ਤੋ ਬਾਬਾ ਬੁੱਢਾ ਜੀ ਨੂੰ
ਮੱਥਾ ਟੇਕ ਕੇ ਗੁਰੂ ਅਰਜਨ ਦੇਵ ਜੀ ਨੇ ਗੱਦੀ ਤੇ ਬਿਠਾਇਆ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹਰਿਮੰਦਰ ਸਾਹਿਬ। ਅੱਜ ਉਹ ਗ੍ਰੰਥੀ 58 ਸਾਲ ਦਾ ਰਿਟਾਇਰ ਹੋ ਜਾਂਦਾ, 98 ਸਾਲ ਦਾ ਬਾਬਾ ਬੁੱਢਾ ਬਹਿੰਦਾ, ਸਥਾਪਿਤ ਹੁੰਦਾ। ਪਦਵੀ ਰੋਲ ਕੇ ਰੱਖ ਦਿੱਤੀ ਇਸ ਬੰਦੇ ਨੇ। ਸਾਨੂੰ ਜਸਟਿਸ ਕਿੱਥੋਂ ਮਿਲਣਾ? ਕਿਹਦੇ ਵਿੱਚ ਬਲ ਆਊ, ਕਿਹਦੇ ਵਿੱਚ ਤਾਕਤ ਆ ਕਿ ਉਹ ਕੋਈ ਫੈਸਲਾ ਲੈ ਸਕੇ? ਨੌਕਰੀਆਂ ਕਰਵਾ ਰਹੇ ਆ, ਮਤਲਬ ਨੌਕਰੀਆਂ ਕਰਵਾ ਰਹੇ ਜੀ। ਅੱਛਾ, ਜੋ ਘਟਨਾ ਹੋਈ ਸੀਗੀ, ਜੋ ਪਟਿਆਲੇ ਵਾਲੀ ਬਲਜਿੰਦਰ ਸਿੰਘ ਪਰਵਾਨਾ ਨੇ ਜੋ ਕੀਤਾ, ਸਹੀ ਮੰਨਦੇ ਉਹਨਾਂ ਦੀ ਕਾਰਵਾਈ? ਇਹ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕੀਤਾ। ਉਹ ਕੋਈ ਕੀਤਾ ਹੋ, ਬਾਅਦ ਚ ਨੂੰ ਧਰਮ ਦੇ ਨਾਂ ਤੇ ਰੰਗਤ ਦਿੱਤੀ ਗਈ ਸੀਗੀ, ਹਿੰਦੂਆਂ ਸਿੱਖਾਂ ਦਾ ਝਗੜਾ ਕਿਹਾ ਗਿਆ ਸੀ। ਕੀਤਾ ਹੋ ਤੇ ਸਾਹਮਣੇ ਆ ਜਾਓ, ਕੋਈ ਰਿਜ਼ਲਟ ਹੋ ਤੇ ਸਾਹਮਣੇ ਆ ਜਾਊਗਾ। ਜੇਲ੍ਹ 'ਚ ਤਾਂ ਹੈਗੇ ਨੇ, ਦਿਸਣਾ ਚਾਹੀਦਾ। ਜੇਲ੍ਹ 'ਚ ਹੁਣ ਕੋਈ ਜਦੋਂ ਤੁਸੀਂ ਕੋਈ ਕਾਰਵਾਈ ਪਾਉਂਦੇ ਹੋ ਤੇ ਜੇਲ੍ਹ 'ਚ ਤੇ ਤਿਆਰ ਰਹਿਣਾ ਚਾਹੀਦਾ ਜਾਣ ਲਈ। ਫਿਰ ਰੋਣਾ ਕਾਹਤੋਂ? ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤੇ ਕਰਕੇ ਜੇਲ੍ਹ 'ਚ ਵੀ ਚਲੇ ਜਾਓ ਤਾਂ ਵੀ ਕੋਈ, ਪਰ ਦੱਸੇ ਤਾਂ ਸਹੀ ਕੀਤਾ ਕੀ ਆ। ਹਾਂਜੀ, ਅਸੀਂ ਇਹ ਬਿਲਕੁਲ ਪਸੰਦ ਨਹੀਂ ਕਰਦੇ ਕਿ ਹਰ ਇੱਕ ਤਕਰੀਬਨ ਹਰ ਇੱਕ ਸਾਲ ਜੂਨ ਦੇ ਮਹੀਨੇ 'ਚ 1-2 ਸਿੱਖ ਭੇਟ ਚੜ੍ਹ ਜਾਂਦੇ ਨੇ। ਸ਼ਰਾਰਤ ਕਰਕੇ ਲੋਕੀ ਪਾਸੇ ਹੋ ਜਾਂਦੇ ਨੇ ਤੇ ਮਰ ਜਾਂਦੇ ਨੇ ਸਾਡੇ ਜਜ਼ਬਾਤੀ ਮੁੰਡੇ। ਤੇ ਇਹ ਨਹੀਂ ਹੋਣਾ ਚਾਹੀਦਾ, ਕੀਮਤ ਸਿੱਖਾਂ ਨੂੰ ਦੇਣੀ ਪੈਂਦੀ। ਹਾਂਜੀ ਜੀ। ਅੱਛਾ, ਗੱਲ ਕਰੀਏ ਆਪਾਂ ਅਕਾਲ ਤਖਤ ਸਾਹਿਬ ਦੀ। ਕੀ ਮੰਨਦੇ ਹੋ, ਕਦੋਂ ਤੋਂ ਇਹਦਾ ਮੰਨਦੇ ਹੋ ਰਾਜਨੀਤੀਕਰਨ ਹੋ ਚੁੱਕਾ ਹੈ ਤੇ ਕਦੋਂ ਹੋ ਗਿਆ ਸੀ ਤੇ ਵਜ੍ਹਾ ਕੀ ਰਹੀ ਸੀਗੀ? ਭਾਈ ਸਾਹਿਬ ਜੀ, ਮੈਂ ਤੁਹਾਨੂੰ ਦੱਸਣ ਡਿਆ ਵੀ 26 'ਚ ਪ੍ਰਬੰਧਕ ਕਮੇਟੀ ਬਣੀ 1926 'ਚ। ਉਹ ਤੋਂ ਪਹਿਲਾਂ ਵੀ ਸਿੱਖ ਸਨ, ਉਹ ਤੋਂ ਪਹਿਲਾਂ ਵੀ ਅਕਾਲ ਤਖਤ ਤੇ ਫੈਸਲੇ ਹੁੰਦੇ ਸੀ, ਉਹ ਤੋਂ ਪਹਿਲਾਂ ਵੀ ਇੱਕ ਸਦੀ ਸਿੱਖਾਂ ਨੇ ਰਾਜ ਕੀਤਾ। ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਕੀਤਾ, 60 ਸਾਲ ਮਿਸਲਾਂ ਨੇ ਕੀਤਾ, 8 ਸਾਲ ਮਹਾਰਾਜ ਆਪਣੇ ਬੰਦਾ ਸਿੰਘ ਬਹਾਦਰ ਨੇ ਕੀਤਾ। ਇਹ ਤੇ ਸਾਨੂੰ ਖੇ ਖਰਾਬੀ ਕਰਕੇ ਤੇ ਰੋਲ ਕੇ ਚਲੇ ਗਿਆ। ਸਿੱਖਾਂ ਨੇ ਅਕਾਲ ਤਖਤ ਦੀ ਬਖਸ਼ਿਸ਼ ਨਾਲ, ਉਹਦੀ ਬਰਕਤ ਨਾਲ ਫੈਸਲੇ ਲਏ ਨੇ ਤੇ ਸਿੱਟੇ ਕੱਢੇ ਨੇ। ਘੱਟ ਗਿਣਤੀ ਹੁੰਦਿਆਂ ਅੱਜ ਅਸੀਂ ਵੱਧ ਗਿਣਤੀ ਹੁੰਦਿਆਂ ਵੀ ਮਾਰ ਖਾ ਰਹੇ ਪੰਜਾਬ 'ਚ। ਤੋ ਉਹਦਾ ਕਾਰਨ ਇਹ ਹੈ ਕਿ ਜਿਹੜੀ ਗੁਰੂ ਨਾਨਕ ਸਾਹਿਬ ਨੇ ਪਾਤਸ਼ਾਹੀ ਬਖਸ਼ੀ ਸੀ ਪੰਥ ਤੇ ਗ੍ਰੰਥ ਦੀ, ਮੀਰੀ ਤੇ ਪੀਰੀ ਦੀ, ਉਹਨੂੰ ਝੂਠੀ ਪਾਤਸ਼ਾਹੀ ਨੇ, ਅਸੀਂ ਕਹਿ ਲਈਏ ਬਾਬਰ ਦੀ ਪਾਤਸ਼ਾਹੀ ਨੇ ਬਾਬੇ ਕਿਆਂ ਦੀ ਪਾਤਸ਼ਾਹੀ ਨੂੰ ਆਪਣੇ ਪੈਰਾਂ ਥੱਲੇ ਲੈ ਲਿਆ। ਇਸ ਤਰ੍ਹਾਂ ਦੇ ਅੱਜ ਬਣਿਆ ਪਿਆ ਮਾਹੌਲ। ਪੰਥਕ ਅਕਾਲੀ ਲਹਿਰ ਹੁਣ ਕਿਸ ਮਕਸਦ ਨੂੰ ਲੈ ਕੇ? ਪੰਥਕ ਅਕਾਲੀ ਲਹਿਰ ਪਿੰਡ ਜਾ ਕੇ ਹਰੇਕ ਸਿੱਖ ਨੂੰ ਪ੍ਰੇਰਨਾ ਦੇ ਰਹੇ ਹਾਂ ਅਸੀਂ ਕਿ ਤੁਸੀਂ ਆਪਣੀ ਕੌਮ ਨੂੰ, ਆਪਣੀ ਕੌਮ ਦੇ ਸਿਧਾਂਤ ਨੂੰ, ਦਸਮ ਪਾਤਸ਼ਾਹ ਦੇ ਮਿਸ਼ਨ ਨੂੰ ਬਚਾਉਣ ਲਈ ਸਾਡਾ ਸਾਥ ਦਿਓ। ਸਾਥ ਆਪਣੀ ਵੋਟ ਬਣਾਓ ਤੇ ਸਾਡੇ ਹੱਕ 'ਚ ਪਾਓ। ਬਾਦਲ ਲਾਣੇ ਨੂੰ ਬਾਹਰ ਕਰੋ, ਫਿਰ ਅਸੀਂ ਤੁਹਾਨੂੰ ਦੱਸਾਂਗੇ ਅਕਾਲ ਤਖਤ ਕੀ ਆ, ਉੱਥੇ ਸਿਧਾਂਤ ਮੀਰੀ ਤੇ ਪੀਰੀ ਦਾ ਸਿਧਾਂਤ ਕੀ ਆ, ਉਹਦੇ ਸਿਧਾਂਤ ਦੇ ਉੱਤੇ ਪੰਥ ਤੇ ਗ੍ਰੰਥ ਦਾ ਸਿਧਾਂਤ ਕੀ ਆ, ਇਹ ਅਸੀਂ ਉਦੋਂ ਦੱਸਾਂਗੇ। ਇੱਕ ਗੁਰੂ ਦੀ ਗੋਲਕ ਜ਼ਿਆਦਾ ਦੱਸਾਂਗੇ ਕਿ ਕਿੰਨੀ ਹੁੰਦੀ ਸੀ ਤੇ ਇਹ 1 ਸਦੀ ਦੀ ਗੋਲਕ ਕਿੱਥੇ ਗਈ। ਜਿਹੜੀ ਗੋਲਕ ਨਾਲ ਸਾਡੇ ਗਰੀਬ ਬੱਚੇ ਪਲਣੇ ਚਾਹੀਦੇ ਸੀ, ਜਿਹੜੀ ਗੋਲਕ ਦੇ ਨਾਲ ਸਾਨੂੰ ਇਲਾਜ ਮਿਲਣਾ ਚਾਹੀਦਾ ਸੀ ਫਰੀ। ਅੱਜ ਅੱਜ ਅਸੀਂ ਪੰਜਾਬ ਦੇ 'ਚ ਬਹੁਤ ਗਿਣਤੀ 'ਚ ਹਾਂ। ਅਸੀਂ ਪੰਜਾਬ 'ਚ ਘੱਟ ਗਿਣਤੀ ਨਹੀਂ, ਲੇਕਿਨ ਹੋ ਜਾਵਾਂਗੇ ਘੱਟ ਗਿਣਤੀ ਜਿਹੋ ਜਿਹਾ ਮਾਹੌਲ ਚੱਲ ਰਿਹਾ। ਇੱਥੇ ਨਾਮਧਾਰੀਆਂ ਦਾ ਹਸਪੀਟਲ ਚੱਲ ਰਿਹਾ ਬੜਾ ਵਧੀਆ, ਅਪੋਲੋ। ਇੱਥੇ ਆਰੀਆ ਸਮਾਜੀਆਂ ਦਾ DMC ਚੱਲ ਰਿਹਾ, ਬੜਾ ਸ਼ਾਨਦਾਰ ਚੱਲ ਰਿਹਾ। ਇੱਥੇ ਕ੍ਰਿਸਚਨ ਭਰਾਵਾਂ ਦਾ CMC ਚੱਲ ਰਿਹਾ ਲੁਧਿਆਣੇ, ਕਾਲਜ ਵੀ ਚੱਲ ਰਿਹਾ, ਹਸਪੀਟਲ ਵੀ ਚੱਲ ਰਿਹਾ। ਇੱਥੇ ਰਾਧਾ ਸੁਆਮੀਆਂ ਦਾ ਬਿਆਸ ਦੇ ਵਿੱਚ ਚੱਲ ਰਿਹਾ। ਸਾਡਾ ਬੇੜਾਗਰ ਕਿਉਂ ਕਰੀ ਜਾ ਰਹੇ ਸਾਡੇ ਲੀਡਰ? ਸਾਡੇ ਕੋਲ ਹੀ ਕਿਉਂ ਨਹੀਂ ਕੁਛ? ਸਾਡੇ ਸਕੂਲ ਨਹੀਂ ਚੱਲ ਰਹੇ। 37 ਦੇ ਕਰੀਬ ਸਕੂਲ ਨੇ ਜਾਂ ਬੰਦ ਪਏ ਨੇ ਜਾਂ ਘਾਟੇ 'ਚ ਨੇ। ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਬੰਦ ਪਈ, ਤਾਲਾ ਲੱਗਾ, ਅਰਬਾਂ ਰੁਪਈਆ ਖਰਚਤਾ ਉੱਤੇ। ਜਿਹੜੇ ਕਾਲਜ ਨੇ ਵੱਡੇ 11 ਕਾਲਜ ਨੇ, ਉਹ ਪ੍ਰੋਫੈਸਰਾਂ ਦਾ 30 ਲੱਖ ਰੁਪਈਆ ਜਮ੍ਹਾਂ ਹੋਇਆ ਪਿਆ, ਦਿੱਤਾ ਨਹੀਂ ਗਿਆ। ਕਾਲਜਾਂ ਵਿੱਚ ਬੱਚੇ ਨਹੀਂ ਆ ਰਹੇ, ਐਡਮਿਸ਼ਨ ਨਹੀਂ ਹੋ ਰਹੀ। ਤੋ ਸਾਡਾ ਜਿਹੜਾ ਇਹ ਬੇੜਾ ਗਰਕ ਹੋ ਰਿਹਾ, ਸਿਰਫ ਗੋਲਕ ਨੂੰ ਹੀ ਮੁੱਦਾ ਬਣਾਇਆ ਹੋਇਆ ਤੇ ਉਹ ਕਿੱਥੇ ਵਰਤਣੀ ਤੇ ਕਿਵੇਂ ਖਾਣੀ ਆ, ਇਹ ਤੋਂ ਇਲਾਵਾ ਕੋਈ ਸ਼ੌਕ ਹੀ ਨਹੀਂ। ਭਾਈ ਵਡਾਲਾ 1.5 ਸਾਲ ਤੋਂ ਵੱਧ ਸਮਾਂ ਹੋ ਗਿਆ ਦਰਬਾਰ ਸਾਹਿਬ ਬਾਹਰ ਥੜੇ ਤੇ ਬੈਠੇ ਨੇ, ਸੰਘਰਸ਼ ਉਹਨਾਂ ਦਾ ਠੀਕ ਮੰਨਦੇ ਹੋ? ਇਹ ਪਤਾ ਨਹੀਂ ਜੀ, ਉਹਨਾਂ ਨੂੰ ਪਤਾ ਹੋ, ਮੈਨੂੰ ਤਾਂ ਪਤਾ ਨਹੀਂ। ਉਹੀ ਜਿਹੜੇ 328 ਸਰੂਪ ਨੇ ਉਹਨਾਂ ਦੀ ਸਾਹਮਣੇ ਲਿਆਓ, ਸੱਚਾਈ ਰਿਪੋਰਟ ਲਿਆਓ। ਇਹ ਉਹਨਾਂ ਦੇ ਇੰਟਰਵਿਊ ਲਿਆਓ, ਉਹ ਦੱਸਣਗੇ। ਹਾਂ ਜੀ, ਤੁਸੀਂ ਕੀ ਉਹਨਾਂ ਦੇ ਮੁੱਦੇ ਨੂੰ ਸਹੀ ਨਹੀਂ ਮੰਨ ਰਹੇ? ਦੇਖੋ ਜੀ, ਉਹ ਸਾਰੇ ਸਹੀ ਨੇ, ਅਸੀਂ ਆਪਣੇ ਆਪ ਨੂੰ ਗਲਤ ਮੰਨਦੇ ਹਾਂ, ਸਾਰੇ ਸਹੀ ਨੇ ਉਹ ਜੀ। ਅੱਛਾ, ਮੁੜ ਆਪਾਂ ਉੱਥੇ ਆ ਰਹੇ ਹਾਂ ਦਰਬਾਰ ਸਾਹਿਬ ਤੇ। ਬੜਾ ਲੰਬੇ ਚਿਰ ਤੋਂ ਮੁੱਦਾ ਚੱਲਿਆ ਆ ਰਿਹਾ ਸੀਗਾ, ਤੰਤੀ ਸਾਜ਼ਾਂ ਨਾਲ ਕੀਰਤਨ ਨਹੀਂ ਹੋਣ ਦਿੰਦੇ ਸੀ, ਵਿਵਾਦ ਖੜੇ ਹੁੰਦੇ ਸੀ। ਹੁਣ ਹਾਰ ਕੇ ਹੁਣ ਹਾਰਮੋਨੀਅਮ ਵੀ ਬੰਦ ਕਰਨ ਜਾ ਰਹੇ ਨੇ, ਇਸ ਪਿੱਛੇ ਕੀ ਸਮਝਦੇ ਹੋ? ਦੇਖੋ, ਇੱਕ ਦ੍ਰਿੜਤਾ ਦੀ ਘਾਟ ਆ, ਸਮਝ ਦੀ ਘਾਟ ਆ, ਸਟੱਡੀ ਦੀ ਘਾਟ ਆ। ਸਾਨੂੰ ਇਹ ਗਿਆਨ ਨਹੀਂ ਕਿ ਸਾਡੀ ਗੁਰਮਤ ਕੀ ਆ,
ਸਾਨੂੰ ਕਿਸ ਚੀਜ਼ ਦੀ ਇਜਾਜ਼ਤ ਦਿੰਦੀ ਆ। ਸੱਚਖੰਡ ਤੋਂ ਉੱਪਰ ਸਾਡੇ ਕੋਲ ਕੋਈ ਚੀਜ਼ ਨਹੀਂ ਹਰਿਮੰਦਰ ਸਾਹਿਬ ਤੋਂ। ਜੇ ਉੱਥੇ ਕੋਈ ਮਰਿਆਦਾ ਹੈਗੀ ਆ ਤੇ ਉਹ ਲਾਗੂ ਹੋਣੀ ਚਾਹੀਦੀ ਆ, ਬਿਨਾਂ ਕਿਸੇ ਦੇਰੀ ਦੇ ਲਾਗੂ ਹੋਣੀ ਚਾਹੀਦੀ ਆ, ਬਿਨਾਂ ਕਿਸੇ ਹੁਕਮ ਦੇ। ਪੇ ਤੋਂ ਹੁਕਮ ਲਾਓ, ਉਹਦੇ ਤੋਂ ਹੁਕਮ ਲਾਓ, ਉਹਦੇ ਨਾਲ ਸਲਾਹ ਕਰੋ। ਕੀ ਮਤਲਬ ਆ? ਸਾਨੂੰ ਗੁਰੂ ਸਾਹਿਬ ਕੋਈ ਮਿਸ਼ਨ ਦੇ ਗਿਆ, ਉਹ ਮਿਸ਼ਨ ਲਾਗੂ ਹੋਣਾ ਚਾਹੀਦਾ ਉੱਥੇ। ਇਹ ਗੱਲ ਵੱਖਰੀ ਆ ਕਿ ਕੋਈ ਤਿਆਰੀ ਨਹੀਂ ਤੇ ਤਿਆਰੀ ਕਰਨ ਲਈ ਆਪਣੇ ਸਾਧਨ ਬਣਾਓ, ਤਰੀਕੇ ਲੱਭੋ। ਪਰ ਹਰਿਮੰਦਰ ਸਾਹਿਬ ਦੇ ਵਿੱਚ ਤੰਤੀ ਸਾਜ਼ਾਂ ਨਾਲ ਗੁਰਬਾਣੀ ਜਿਹੜੀ ਗਾਇਨ ਹੋਣੀ ਚਾਹੀਦੀ ਹੈ, ਮਰਿਆਦਾ ਵਿੱਚ ਰਹਿ ਕੇ। ਜਿਹੜਾ ਰਾਗ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ 'ਚ ਸਾਨੂੰ ਆਗਿਆ ਕਰ ਗਏ, ਉਪਦੇਸ਼ ਦੇ ਗਏ ਕਿ ਇਸ ਬਾਣੀ ਨੂੰ ਇਸ ਰਾਗ ਵਿੱਚ ਗਾਉਣਾ, ਪਹਿਰਿਆਂ ਕੇ ਘਰ ਗਾਵਣਾ। ਤੇ ਇਹ ਰਾਏ ਕਮਾਲ ਦੀ ਮੌਜ ਦੀਨ ਕੀ ਧੁਨੀ ਗਾਵਣੀ, ਉਹ ਕਿਉਂ ਲਿਖਿਆ ਉਹਨਾਂ ਨੇ? ਤੋ ਅਸੀਂ ਜਦੋਂ ਰਾਗ ਨੂੰ, ਕਿਸੇ ਵੀ ਰਾਗ ਨੂੰ ਫਿਲਮੀ ਤਰਜ਼ ਦਾ ਰੂਪ ਦੇ ਦਿੰਦੇ ਆ ਤੇ ਉਹ ਰਾਗ ਦਾ ਜਿਹੜਾ ਸਰੂਪ ਆ, ਉਹ ਸ਼ਬਦ ਦਾ, ਉਹ ਵਿਗੜ ਜਾਂਦਾ। ਗੀਤ ਟਾਈਪ ਲੱਗਣ ਲੱਗ ਪੈਂਦਾ। ਗੀਤ ਟਾਈਪ ਵੀ ਲੱਗਣ ਲੱਗ ਪਿਆ, ਉਹਦੇ ਅਰਥ ਨਹੀਂ ਠੀਕ ਨਿਕਲਦੇ ਤੇ ਉਹਦਾ ਜਿਹੜੇ ਸ਼ਬਦ ਦਾ ਸਰੂਪ ਆ ਉਹ ਮੂੰਹ ਚੋਂ, ਕਿਉਂਕਿ ਉਹ ਲੈਅ ਜਿਹੜੀ ਆ, ਰਾਗ ਵਿਦਿਆ ਜਿਹੜੀ ਆ, ਜਿਹੜੇ ਉਹ ਘਰ ਵਿੱਚ ਗਾਉਣਾ ਹੁੰਦਾ, ਉਹਦੇ ਵਿੱਚੋਂ ਉਲਟ ਕੇ ਅਸੀਂ ਫਿਲਮੀ ਤਰਜ਼ਾਂ ਤੇ ਗਾਉਂਦੇ ਤੇ ਉਹ ਸਰੂਪ ਵਿਗੜ ਜਾਂਦਾ। ਗੁਰਬਾਣੀ ਦਾ ਰਸ ਖਤਮ ਹੋ ਜਾਂਦਾ। ਆਪਾਂ ਵਿਸ਼ਰਾਮ ਵਿਗੜ ਜਾਂਦਾ। ਜਦੋਂ ਵਿਸ਼ਰਾਮ ਵਿਗੜ ਜਾਂਦਾ ਤੇ ਅਰਥ ਗਲਤ ਨਿਕਲ ਆਉਂਦੇ ਆ। ਤੋ ਇਹ ਵਾਜਾ ਵੱਜਦਾ ਤੇ ਚੰਗਾ ਲੱਗਦਾ, ਲੇਕਿਨ ਜਿਹੜੀ ਅੰਦਰੋਂ ਆਵਾਜ਼ ਆ, ਜਿਹੜੀ ਰੂਹ ਦੀ ਖੁਰਾਕ ਆ, ਉਹ ਖਰਾਬ ਹੋ ਜਾਂਦੀ ਹੈ। ਇੱਥੇ ਤੰਤੀ ਸਾਜ਼ਾਂ ਨਾਲ ਮਰਿਆਦਾ ਅਨੁਸਾਰ ਕੀਰਤਨ ਹੋਣਾ ਚਾਹੀਦਾ। ਜਿੰਨੀ ਦੇਰ ਤੱਕ ਇੰਤਜ਼ਾਮ ਨਹੀਂ ਹੋਣਾ, ਚਿਰ ਤੱਕ ਕੀਰਤਨੀਏ ਸਿੰਘਾਂ ਨੂੰ, ਜਥੇ ਜਿਹੜੇ ਉਹਨਾਂ ਨੂੰ ਸਿਲੈਕਟ ਕਰਕੇ ਤੇ ਉਹਨਾਂ ਨੂੰ ਕਿਹਾ ਜਾ ਸਕਦਾ ਵੀ ਤੁਹਾਨੂੰ ਇੰਨਾ ਸਮਾਂ ਦਿੱਤਾ, ਤੁਸੀਂ ਆਪਣੇ ਆਪ ਨੂੰ ਠੀਕ ਕਰ ਲਓ। ਬੰਦੀ ਸਿੰਘ ਬੜਾ ਗੰਭੀਰ ਮਸਲਾ ਪੰਜਾਬ ਦੇ ਲਈ। ਇਹ ਨਵੀਂ ਸਰਕਾਰ ਹੁਣ ਜਿਹੜੀ ਬਣੀ ਹੈ, ਇਹਨੇ ਵੀ ਕਿਤੇ ਨਾ ਕਿਤੇ ਆਪਣੇ ਏਜੰਟੇ 'ਚ ਇਹ ਚੀਜ਼ ਰੱਖੀ ਸੀਗੀ। ਬੰਦੀ ਸਿੰਘ ਰਿਹਾ, ਲੱਗਦਾ ਕਿ ਹੋਣਗੇ ਹੁਣ। ਦੇਖੋ, ਨਵੀਂ ਜਿਹੜੀ ਸਰਕਾਰ ਆ ਨਾ ਜੀ, ਇਹ ਪਤਾ ਨਹੀਂ ਉਹ ਕਿਸ ਤਰ੍ਹਾਂ ਇਹਦੇ ਲਈ ਲੈਂਦੀ, ਪੇਨ ਲੈਂਦੀ ਹੈ। ਪਰ ਜਿਹੜੀਆਂ ਸਾਡੀਆਂ ਆਪਣੀਆਂ ਸਰਕਾਰਾਂ ਸੀ, 15 ਸਾਲ ਇਹ ਬਾਬਾ ਰਾਜ ਕਰ ਗਿਆ। ਵਾਜਪਾਈ ਸਾਹਿਬ ਤੋਂ ਲੈ ਕੇ ਹੁਣ ਮੋਦੀ ਸਾਹਿਬ ਦੇ 20 ਸਾਲ ਇਹਨਾਂ ਦੇ ਬਣ ਜਾਂਦੇ ਆ। 20 ਨਹੀਂ ਤੇ 15 ਦੇ ਬਣ ਹੀ ਗਏ। ਤੋ ਇਹਨਾਂ ਦੇ ਵਿੱਚ ਨਹੀਂ ਛਡਵਾਇਆ ਉਹਨੇ। ਤੇ ਹੁਣ ਇਹ ਜਿਹੜੀਆਂ ਕਮੇਟੀਆਂ ਬਣਾਉਂਦਾ ਫਿਰਦਾ, ਉੱਥੋਂ ਕਿਹਨੂੰ ਜਾ ਕੇ ਉਹਦੇ ਤੇ ਮਕਾਨ ਵੀ ਖਾਲੀ ਕਰਾ ਲਏ ਉਹਨਾਂ ਨੇ। ਸੁਖਬੀਰ ਬਾਦਲ ਤੇ ਸਿਮਰਨਜੀਤ ਮਾਨ ਕਮੇਟੀ 'ਚ ਨੇ 9 ਬੰਦੇ ਤੇ ਤਕਰੀਬਨ ਸਾਰੇ ਜਿਹੜੇ ਆ, ਇਹ 9 ਬੰਦੇ ਜਿਹੜੇ ਆ ਨਾ ਜੀ, ਇਹ 9 ਬੰਦਿਆਂ ਦੀ ਬਜਾਏ 10 ਕਰ ਲੈਣ, 11 ਕਰ ਲੈਣ, ਉਹਦੇ ਨਾਲ ਕੀ ਹੋ ਜਾਊਗਾ? ਜੇ 20 ਵੀ ਕਰ ਲੈਣਗੇ ਤਾਂ ਵੀ ਕੀ ਹੋ ਜਾਊਗਾ? ਮੰਨੂਗਾ ਕੌਣ ਇਹਨਾਂ ਦੀ? ਇਹ ਤੇ ਜਿਹੜੇ ਕੈਦੀ ਸਿੰਘ ਨੇ, ਉਹਨਾਂ ਦੇ ਪਰਿਵਾਰਾਂ ਨੂੰ ਚਾਰਾ ਜੋਈ ਜਿਹੜੀ ਸੁਪਰੀਮ ਕੋਰਟ ਤੱਕ ਜਾਰੀ ਰੱਖਣੀ ਚਾਹੀਦੀ, ਆਪਣੇ ਉਹ 'ਚ ਢਿੱਲ ਨਹੀਂ ਚਾਹੀਦੀ। ਇਹਨਾਂ ਤੇ ਵਿਸ਼ਵਾਸ ਕਰਕੇ ਆਪਣਾ ਨੁਕਸਾਨ ਨਹੀਂ ਕਰਾਉਣਾ ਚਾਹੀਦਾ ਜੀ। ਸੋ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਉਹਨਾਂ ਦਾ ਕਹਿਣਾ ਹੈਗਾ ਕਿ ਜੋ ਰਾਜਨੀਤੀਕਰਨ ਕਰ ਦਿੱਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦਾ, ਗੁਰਦੁਆਰਾ ਪ੍ਰਬੰਧਨ ਦਾ, ਕਿਤੇ ਨਾ ਕਿਤੇ ਬਾਦਲ ਪਰਿਵਾਰ ਤੇ ਉਹਨਾਂ ਦੀ ਸੋਚ ਸੀ ਜਿਹੜੀ ਗੁਰੂ ਕੀ ਗੋਲਕ ਤੇ ਹੱਥ ਫੇਰਨਾ, ਉਹ ਸੀਗੀ। ਪੰਥਕ ਅਕਾਲੀ ਲਹਿਰ ਜਿਹੜਾ ਹੈਗਾ ਇਸ ਕੋਸ਼ਿਸ਼ 'ਚ, ਇਸ ਮੁੱਦੇ ਦੇ ਵਿੱਚ ਜਿਹੜਾ ਹੈਗਾ ਉਹ ਜੁਟਿਆ ਹੋਇਆ ਹੈ ਕਿ ਸਾਨੂੰ ਮੌਕਾ ਦਿਓ ਤੇ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਅਕਾਲ ਤਖਤ ਸਾਹਿਬ ਦਾ ਕਾਰਜ ਕੀ ਹੁੰਦਾ, ਕਿੱਦਾਂ ਉਹ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦਾ। ਵਿਜੇ ਮਨਮੀਤ ਦੇ ਨਾਲ ਬਲਜੀਤ ਮਰਵਾਹਾ, ਸਕਰੋਲ ਪੰਜਾਬ, ਮੋਹਾਲੀ।